है फर्स्ट ऑफ ऑल साडे कोल एक सर्कल की होएगा a unique distance from a center ठीक है इट इज अ कर्व ਹੁਣ ਜੇਕਰ ਅਸੀਂ ਇਹਦੇ ਉੱਪਰ ਇੱਕ ਟੈਂਜੈਂਟ ਡਰਾ ਕਰਨਾ ਹੋਵੇ ਅਸੀਂ ਸਟਾਰਟ ਕਰ ਰਹੇ ਹਾਂ ਟੈਂਜੈਂਟ ਤੋਂ ਠੀਕ ਹੈ ਤਾਂ ਟੈਂਜੈਂਟ ਕੀ ਹੋਏਗਾ ਫਸਟ ਆਫ ਆਲ ਅਸੀਂ ਰੇਡੀਅਸ ਲਵਾਂਗੇ ਜਾਂ ਡਾਇਆਮੀਟਰ ਲਵਾਂਗੇ ਹੁਣ ਕੋਈ ਵੀ ਇੱਕ ਲਾਈਨ ਜਿਹੜੀ ਕਿ ਇਸ ਰੇਡੀਅਸ ਵਾਲੇ ਪੁਆਇੰਟ ਤੋਂ ਜੋ ਕਿ ਸਰਕਮਫਰੈਂਸ ਦੇ ਉੱਪਰ ਹੋਏਗਾ ਇੱਕ ਅਸੀਂ ਪਰਪੈਂਡੀਕੂਲਰ ਲਾਈਨ ਡਰਾ ਕਰਾਂਗੇ ਯਾਦ ਰੱਖੋ ਮੈਂ ਇੱਕ ਵਰਡ ਯੂਜ਼ ਕੀਤਾ ਪਰਪੈਂਡੀਕੂਲਰ ਲਾਈਨ परपेंडिकुलर मींस रेडियस के नाल उस लाइन ने 90 ਦਾ एंगल बनाना चाहे इस साइड तो चाहे उस साइड तो ठीक है हुन इस लाइन का नाम तुसी जो रखना चाहो रख लो मान लो मैं L रख लिया तो जो साडा सेंटर है वो O है ते जो रेडियस है वो OC है जो L है वो रेडियस OC के ऊपर परपेंडिकुलर है जे परपेंडिकुलर है तो L नु मैं कहांगा टेंजेंट तो L की होएगी टेंजेंट होगी एक प्रॉपर्टी है ठीक है ਅਸੀਂ ਸਰਕਲ ਦੀਆਂ ਵੀ ਇੱਕ ਦੋ ਪ੍ਰੋਪਰਟੀਜ਼ ਕਰਨੀਆਂ ਪਰ ਉਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਹੋਰ ਦੇਖ ਲਈਏ ਸਰਕਲਸ ਲੈਣੇ ਹੁਣ ਮੰਨ ਲਓ ਇੱਕ ਸਰਕਲ ਇਸ ਤਰ੍ਹਾਂ ਤੇ ਦੂਸਰਾ ਸਰਕਲ ਇਸ ਦੇ ਅੰਦਰ ਬਣਿਆ ਹੋਇਆ ਹੈ ਫਸਟ ਹੋ ਗਿਆ ਸੈਕੰਡ ਹੋ ਗਿਆ ਬੇਟਾ ਇੱਕ ਸਰਕਲ ਇਸ ਤਰ੍ਹਾਂ ਤੇ ਦੂਸਰਾ ਜੋ ਸਰਕਲ ਉਹਦੇ ਕੰਪਲੀਟਲੀ ਅੰਦਰ ਹੈ ਇੱਕ ਇਸ ਤਰ੍ਹਾਂ ਵੀ ਸਰਕਲ ਦੂਸਰਾ ਜਿਹੜਾ ਸਰਕਲ ਹੈਗਾ ਉਹਨੂੰ ਟੱਚ ਹੀ ਨਹੀਂ ਕਰ ਰਿਹਾ ਹੈਗਾ ਇੱਕ ਇਸ ਤਰ੍ਹਾਂ ਤੇ ਇਸ ਦੇ ਵਿੱਚ ਕੀ ਹੈ ਜਿਹੜਾ ਸਰਕਲ ਹੈਗਾ टच कर रहे हैं कोई होर कंडीशन है पॉसिबल जेकर ਅਸੀਂ टू सर्कल्स ਲੈਣੇ ਹੋਣ नहीं है ਇਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਤਾਂ ਅਸੀਂ ਦੇਖਾਂਗੇ ਵੀ ਕਿੰਨੇ ਕਿੰਨੇ ਟੈਂਜੈਂਟਸ ਜਿਹੜੇ ਹੈਗੇ ਉਹ ਪੋਸੀਬਲ ਹੈਗੇ ਆ ਯਾਦ ਰੱਖਿਓ ਜੇਕਰ ਮੈਂ ਇੱਕ ਸਰਕਲ ਡਰਾ ਕੀਤਾ ਬੇਟਾ ਤੁਹਾਨੂੰ ਮੈਂ ਰਿਮਾਈਂਡ ਕਰਵਾ ਦਵਾਂ ਠੀਕ ਹੈ ਤਾਂ ਉਹ ਜ਼ਰੂਰ ਐਵੇਂ ਕੋਈ ਸਰਕਲ ਬਣਾ ਦਈਏ ਤਾਂ ਅਸੀਂ ਕਹਿ ਦਈਏ ਵੀ ਹਾਂ ਵੀ ਇਹ ਟੈਂਜੈਂਟ ਹੈ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਰੇਡੀਅਸ ਔਰ ਡਾਇਆਮੀਟਰ ਦੇ ਨਾਲ ਪਰਪੈਂਡੀਕੂਲਰ ਆ 90 ਦਾ ਐਂਗਲ ਬਣਾ ਰਹੀ ਹੈ ਹੁਣ ਮੈਂ ਇਸ ਪੁਆਇੰਟ ਤੇ ਕਹਿਣਾ ਵੀ ਜਿਹੜਾ ਸਰਕਲ ਆ ਉਹ ਇੰਟੀਰੀਅਰ ਟੱਚ ਕਰ ਰਿਹਾ ਅੰਦਰੋਂ ਜਿਹੜਾ ਹੈਗਾ ਛੂ ਰਿਹਾ ਚੱਕਰ ਨੂੰ ਠੀਕ ਹੈ ਆਹ ਵਾਲੇ ਪੁਆਇੰਟ ਤੋਂ ਪੁਆਇੰਟ ਦਾ ਨਾਮ ਅਸੀਂ ਰੱਖ ਦਿੰਦੇ ਆ O ਸੌਰੀ ਇਹ ਰੱਖਦੇ ਆ ਆਪਾਂ ਠੀਕ ਹੋ ਗਿਆ ਹੁਣ ਮੈਂ A ਪੁਆਇੰਟ ਤੋਂ ਇੱਕ ਜਿਹੜਾ ਅਸੀਂ ਕਾਮਨ ਟੈਂਜੈਂਟ ਡਰਾ ਕਰਤਾ ਅਸੀਂ ਇਹਦਾ ਨਾਮ ਰੱਖ ਦਿੰਦੇ ਆ L ਇਸ ਲਾਈਨ ਦਾ ਨਾਮ ਠੀਕ ਹੋ ਗਿਆ ਜੀ ਹੁਣ L ਟੈਂਜੈਂਟ ਹੈ ਇਸ ਪੁਆਇੰਟ ਤੋਂ रेडियस OC ਦੇ ਉੱਪਰ ਹੁਣ ਕੋਈ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਸ ਤੋਂ ਇਲਾਵਾ ਕੋਈ ਹੋਰ ਟੈਂਜੈਂਟ ਪੋਸੀਬਲ ਹੈ ਕੋਈ ਹੋਰ ਟੈਂਜੈਂਟ ਪੋਸੀਬਲ ਹੈ ਹਾਂਜੀ ਨਹੀਂ ਹੈ ਕਿਉਂਕਿ ਜੇਕਰ ਅਸੀਂ ਇੱਥੇ ਡਰਾ ਕਰਾਂਗੇ ਤਾਂ ਕਾਮਨ ਟੈਂਜੈਂਟ ਇੱਥੇ ਨਹੀਂ ਬਣਦਾਗਾ ਅਸੀਂ ਕਾਮਨ ਟੈਂਜੈਂਟ ਲੈਣਾ ਹੈਗਾ ਮੇਬੀ ਪਹਿਲਾਂ ਕਾਮਨ ਵਰਡ ਇੱਕ ਛੁੱਟ ਗਿਆ ਸੀ ਮੇਰੇ ਤੋਂ ਠੀਕ ਹੈ ਕਾਮਨ ਦੋਨਾਂ ਦਾ ਹੋਵੇ ਵੈਸਾ ਟੈਂਜੈਂਟ ਹੈਗਾ ਬਟ ਇਹਦੇ ਉੱਪਰ ਨਹੀਂ ਹੈ ਹੋਰ ਕਿਤੇ ਨਹੀਂ ਹੈ जेकर मैं ਇਹਦੇ ਉੱਪਰ ਟੈਂਜੈਂਟ ਡਰਾ ਕਰਾਂ ਤਾਂ ਕਿਤੇ ਮਰਜ਼ੀ ਡਰਾ ਕਰ ਦੋ ਟੈਂਜੈਂਟ ਠੀਕ ਹੈ ਕਦੇ ਵੀ ਦੂਸਰੇ ਸਰਕਲ ਨੂੰ ਟੱਚ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਨਾ ਤਾਂ ਇੱਥੇ ਨੰਬਰ ਆਫ ਟੈਂਜੈਂਟਸ ਜਿਹੜੇ ਨੇ ਉਹ ਨੇ ਜੀ ਸਾਡੇ ਕੋਲੇ 1 ਇਸ ਫਿਗਰ ਦੇ ਵਿੱਚ ਨੰਬਰ ਆਫ ਟੈਂਜੈਂਟਸ ਕਿੰਨੇ ਨੇ ਬੇਟਾ 3 ਨਹੀਂ ਹੈ 0 ਹੈ ਮੈਂ ਦੱਸਿਆ ਵੀ ਇਹਨਾਂ ਦੀ ਕਾਮਨ ਤਾਂ ਹੈ ਹੀ ਨਹੀਂ ਕਿਤੇ ਵੀ ਹਾਂ ਜਿੱਥੇ ਮਰਜ਼ੀ ਬਣਾ ਲਓ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਬਣਾ ਕੇ ਦੇਖ ਲਓ ਵੀ ਇਸ ਸਰਕਲ ਨੂੰ ਟੱਚ ਕਰ ਰਿਹਾ ਨਹੀਂ ਕਰ ਰਿਹਾ ਨਾ ਪੋਸੀਬਲ ਹੀ ਨਹੀਂ ਹੈ ਦੈਟ ਇਜ਼ ਵਾਈ ਜੋ ਟੈਂਜੈਂਟ ਹੈਗਾ ਉਹ ਡਰਾ ਹੀ ਨਹੀਂ ਕਰ ਸਕਦੇ ਅਸੀਂ ਕਾਮਨ ਟੈਂਜੈਂਟ ਲੈਣਾ ਹੁਣ ਇਹਦੇ ਵਿੱਚ ਕਿੰਨੇ ਕਾਮਨ ਟੈਂਜੈਂਟ ਹੋ ਸਕਦੇ ਆ ਇਹਦੇ ਵਿੱਚ 4 ਪੋਸੀਬਲ ਹੈ ਕਾਮਨ ਟੈਂਜੈਂਟ ਕਿੰਨੇ ਪੋਸੀਬਲ ਆ 4 ਦੇਖੋ ਕਿਵੇਂ ਮੰਨ ਲਓ ਮੈਂ ਇਸ ਪੁਆਇੰਟ ਤੇ ਇਸ ਪੁਆਇੰਟ ਨੂੰ ਮੈਂ ਜੁਆਇਨ ਕਰ ਦਵਾਂ ਦੱਸੋ ਵੀ ਇਹ ਟੈਂਜੈਂਟ ਹੈ ਜਾਂ ਨਹੀਂ ਕਿਉਂਕਿ ਰੇਡੀਅਸ ਨਾਲ ਇੱਥੇ ਪਰਪੈਂਡੀਕੂਲਰ ਹੈ ਇੱਥੇ ਰੇਡੀਅਸ ਨਾਲ ਕੀ ਹੈ ਇਹ ਪਰਪੈਂਡੀਕੂਲਰ 90 ਦਾ ਐਂਗਲ ਬਣ ਗਿਆ ਇੱਥੇ ਨਹੀਂ ਬਣ ਗਿਆ ਟੈਂਜੈਂਟ ਹੈ ਜਾਂ ਨਹੀਂ ਦੋਨਾਂ ਨੂੰ ਟੱਚ ਕਰ ਰਿਹਾ ਕਿ ਨਹੀਂ ਕਰ ਰਿਹਾ ਹੁਣ ਦੱਸੋ ਵੀ ਹੁਣ ਦੋਨਾਂ ਨੂੰ ਟੱਚ ਕਰ ਰਿਹਾ ਜਾਂ ਨਹੀਂ ਕਰ ਰਿਹਾ ਕੀ ਕਰ ਰਿਹਾ ਠੀਕ ਹੈ ਜੇ ਮੈਂ ਇਹਨੂੰ ਐਵੇਂ ਡਰਾ ਕਰ ਦਵਾਂ ਆ ਇੱਥੇ ਟੱਚ ਕਰਕੇ ਮੰਨ ਲਓ ਇੱਥੇ ਕਰ ਗਿਆ ਪੋਸੀਬਲ ਹੈ ਜਾਂ ਨਹੀਂ ਪੋਸੀਬਲ ਠੀਕ ਹੈ ਤੇ ਐਵੇਂ ਵੀ ਤਾਂ ਪੋਸੀਬਲ ਹੈ ਜਾਂ ਨਹੀਂ ਪੋਸੀਬਲ ਇਹਦਾ ਮਤਲਬ ਇਸ ਫਿਗਰ ਦੇ ਵਿੱਚ ਨੰਬਰ ਆਫ ਟੈਂਜੈਂਟਸ ਕਿੰਨੇ ਬਣ ਜਾਣਗੇ 4 ਬਣ ਜਾਣਗੇ ਕਲੀਅਰ ਇਸ ਦੇ ਵਿੱਚ ਕਿੰਨੇ ਪੋਸੀਬਲ ਨੇ ਨੰਬਰ ਆਫ ਟੈਂਜੈਂਟ ਜੇਕਰ ਬਾਹਰੋਂ ਟੱਚ ਕਰ ਰਿਹਾ ਹੋਵੇ ਇਫ ਦਾ ਸਰਕਲਸ ਟੱਚ ਫਰੋਮ ਆਊਟਸਾਈਡ ਕਿੰਨੇ ਟੈਂਜੈਂਟ ਪੋਸੀਬਲ ਹੈ 3 2 ਹੋਰ ਬਤਾਓ ਗਿਣਤੀ सर 3 ਹਾਂਜੀ सर 3 3 तो बेटा फर्स्ट ऑफ ऑल दिस इज द फर्स्ट टेंजेंट दिस इज कॉमन टेंजेंट क्लियर सेकंड टेंजेंट फ्रॉम हियर and the last one is from here yes sir so there are 3 tangents are possible okay
If the circle touches from inside, then the one tangent possible. If the circle completely inside of the other circle, then there is no tangent possible. If the circle doesn't circle touch each other, then 1, 2, 3, 4 tangents are possible. And if exterior touch is there, then the tangents are 3. Clear? Any doubt? Okay. बेटा ਹੁਣ ਅਸੀਂ ਸਰਕਲ ਦੀਆਂ ਇੱਕ ਦੋ ਗੱਲਾਂ ਕਰਨੀਆਂ। ਸਰਕਲ ਦੇ ਵਿੱਚ ਇੱਕ ਲਾਈਨ ਹੁੰਦੀ ਆ, ਉਹਦੇ ਰਿਗਾਰਡਿੰਗ ਲਾਈਨ ਕਹਿ ਸਕਦੇ ਹੋ, ਸਾਈਡ ਕਹਿ ਸਕਦੇ ਹੋ। Here is a circle, okay, and this is the center called O of the circle. Now tell me what is AB, name of the AB, what it should be called? Okay, is it diameter? Yes, sir. Okay, now tell me what it is. CD passing through O. Diameter. It means they have two diameters. Segment. Side में. Segment. Center radius. So वो segment. Okay, listen to me, beta, all of you. It is called chord. AB is called chord. If any line or any side doesn't passing through the center, then it is called chord. Even if that is passing through the center, it is also called chord, but it is called a unique name, diameter. Beta, look at there are many lines. All lines are called chord. C-H-O-R-D, chord. Okay, but only one line is called diameter among all the chords. Why? Because it is passing through the center. Clear? If there are any kind of length is there, किस तरह आएगी लाइन? पहला ਪੰਜਾਬੀ ਚ ਗੱਲ ਕਰੀਏ ਅਸੀਂ, ਕੋਈ ਵੀ ਲਾਈਨ ਜੋ ਕਿ ਸੈਂਟਰ ਵਿੱਚ ਦੀ ਪਾਸ ਕਰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ? Diameter. The longest chord of the circle is called dash. The longest chord of the circle is called dash diameter. बेटा सारियां ਦੀਆਂ ਸਾਰੀਆਂ ਲਾਈਨਸ ਕੀ ਨੇ? chord ਨੇ। chord 1, chord 2, chord 3 and so on, all are called chord. देखो बेटा small है, ਉਸ ਤੋਂ ਵੱਡੀ, ਉਸ ਤੋਂ ਵੱਡੀ, ਉਸ ਤੋਂ ਵੱਡੀ ਵੱਧ ਰਹੀ ਹੈ, ਇੱਥੇ ਆ ਕੇ ਬਹੁਤ ਵੱਡੀ ਬਣ ਗਈ। ਹੁਣ ਉਸ ਤੋਂ ਬਾਅਦ ਕੀ ਛੋਟੀ ਹੋ ਰਹੀ ਕਿ ਵੱਡੀ ਹੋ ਰਹੀ ਹੈ? हर बार घट रही है। देखो घट रही है कि नहीं घट रही? इट मीन जो सारा तो बड़ी कॉर्ड होगी वो केड़ी होगी? Diameter. क्लियर हो गया? ओके, हुन एक होर चीज है बेटा, हुन एक कॉर्ड है कि डायमीटर है? कॉर्ड है। AB is called chord. What it is called? इस एरिया ਨੂੰ सर्कल ਦਾ जो आ वाला पार्ट है इसਨੂੰ ਅਸੀਂ ਕੀ ਕਹਾਂਗੇ? Semicircle. ओके बेटा आ सेंटर है, ये डायमीटर है। हुन ਆਪਾਂ ਇਸ ਪਾਰਟ ਨੂੰ ਕੀ ਕਹਾਂਗੇ? Half circle. ਤੇ ਹਾਫ ਸਰਕਲ ਨੂੰ ਹੀ ਸੈਮੀ ਸਰਕਲ ਕਹਿੰਦੇ ਆ। ਇਹ ਹਾਫ ਸਰਕਲ ਨਹੀਂ ਹੈ, ਫਿਰ ਇਹ ਸੈਮੀ ਸਰਕਲ ਵੀ ਨਹੀਂ ਹੈ। बेटा इट इज कॉल्ड मेजर सेगमेंट। मेजर हाँ ठीक है, मैं सही है, हाँ चला ला। मेजर सेगमेंट, इट इज कॉल्ड मेजर सेगमेंट एंड इट इज कॉल्ड माइनर सेगमेंट। ओके, now again beta, in major segment there are many angles can be formed. Look at here, angle 1, angle 2, angle 3, angle 4. I draw here 4 angles. ਤੁਸੀਂ 40 ਬਣਾ ਲਓ ਚਾਹੇ। ਅੰਡਰਸਟੈਂਡ? ਸਾਰੇ ਜਿਹੜੇ ਐਂਗਲ ਹੈਗੇ ਉਹ ਕੀ ਹੋਣਗੇ? ਇਕੁਅਲ ਹੋਣਗੇ ਆਪਸ ਵਿੱਚ। ਇਹ ਗੱਲ ਯਾਦ ਰੱਖਿਓ, ਠੀਕ ਹੈ? ਪ੍ਰੋਪਰਟੀ ਹੈ ਬੇਟਾ, angles made in same segment of the circle are equal. Angles made in same segment of the circle
are equal जिन्ने भी एंगल्स बनके सारे की होंगे इक्वल नॉट ओनली इन मेजर सेगमेंट बट आल्सो इन द माइनर सेगमेंट जेकर बेटा मैं इथे बना दे टू एंगल्स दिस वे angle 1 angle 2 so they are also equal why because they are made in a same segment clear next property beta what it is diameter because it is passing through the center O name of this xy xy is the diameter of the circle now look at here we have 1 2 still they are equal or not yes whether it is a semicircle but it is also called segment not a major or a minor but it is called segment okay so they are also equal but one property is added in this angle made in semicircle always 90 degree always perpendicular clear okay beta so angle made on diameter is always 90 degree is always of 90 degree clear ਚਾਹੇ ਤਾਂ ਉਹ ਡਾਇਆਮੀਟਰ ਤੇ ਬਣਿਆ ਹੋਇਆ ਐਵੇਂ ਕਹਿ ਲਓ ਚਾਹੇ ਤੁਸੀਂ ਉਹ ਕਹ ਲਓ ਕਿ ਉਹ ਸੈਮੀ ਸਰਕਲ ਵਿੱਚ ਬਣਿਆ ਹੋਇਆ ਚਾਹੇ ਉਹ ਤੁਸੀਂ ਕਹ ਲਓ ਵੀ ਹਾਫ ਸਰਕਲ ਦੇ ਵਿੱਚ ਬਣਿਆ ਹੋਇਆ ਹਾਫ ਸਰਕਲ ਇੱਕ ਐਂਗਲ ਹੈ ਚਾਹੇ 10 ਚਾਹੇ 20 ਜਿੰਨੇ ਵੀ ਤੁਸੀਂ ਐਂਗਲਸ ਬਣਾ ਰਹੇ ਹੋ 20 10 ਤਾਂ ਸਾਰੇ ਇਕੁਅਲ ਹੋਣਗੇ ਤੇ ਸਾਰੇ ਕੀ ਹੋਣਗੇ 90 ਹੋਣਗੇ ਠੀਕ ਹੈ ਬੇਟਾ ਆ ਜੋ ਸਰਕਲ ਹੈ सर्कल का सेंटर O है एंड OC जो है वो रेडियस है मैं तुम्हें पूछता है कि जो C है ये C पॉइंट को की कहांगे सी ਇਹਨੂੰ ਅਸੀਂ ਕਹਾਂਗੇ पॉइंट ऑफ कांटेक्ट तो 3 टेंजेंट्स और मोर देन 3 टेंजेंट्स पॉसिबल हैं तो आंसर है नो पॉसिबल व्हाई बिकॉज़ इस रेडियस ਦੇ ਨਾਲ किन्ने परपेंडिकुलर एंगल बन सकते हैं ओनली वन ठीक है ये पॉसिबल है भी आ वाली लाइन है मैं कहमा ये भी 90 दा एंगल बन गया इथे भी 90 दा एंगल बन गया इक्को लाइन दे नाल पॉसिबल है नो सो रेडियस दे नाल जिन्ने 90 एंगल बनणगे ओने टेंजेंट होणगे सो पॉइंट ऑफ कांटेक्ट C ते सिर्फ एक ही टेंजेंट बन सकता है ठीक है सो इस तरह ज्यादा टेंजेंट पॉसिबल नहीं हां जी बेटा ਆਪਾਂ ਪਹਿਲਾਂ टू ब्लैंक्स करते हैं ਤੇ ਉਸ ਤੋਂ ਬਾਅਦ ਇੱਕ ਸਿੰਪਲ ਜਿਹਾ ਕੁਐਸਚਨ ਕਰਾਂਗੇ ਪਹਿਲਾਂ ਬਲੈਂਕਸ ਆ ਸਰਕਲ ਕੈਨ ਹੈਵ ਡੈਸ਼ ਪੈਰਲਲ ਟੈਂਜੈਂਟਸ ਐਟ ਦਾ ਮੋਸਟ ਵੱਧ ਤੋਂ ਵੱਧ ਵੈਰੀ ਗੁੱਡ ਵੱਧ ਤੋਂ ਵੱਧ ਜੋ ਟੈਂਜੈਂਟਸ ਨੇ ਉਹ ਕਿੰਨੇ ਪੋਸੀਬਲ ਨੇ ਬੇਟਾ ਜੇਕਰ ਤਾਂ ਅਸੀਂ ਗੱਲ ਕਰੀਏ ਵੀ ਟੈਂਜੈਂਟ ਡਰਾ ਕਰ ਰਹੇ ਸੀ ਡਾਇਆਮੀਟਰ ਤੋਂ ਲੁੱਕ ਐਟ ਹੇਅਰ ਇਫ ਹੇਅਰ ਇਜ਼ a circle and name of the diameter is AB then only two tangents are possible this way ਜਿਹੜੇ ਕਿ ਪੈਰਲਲ ਹੋਣਗੇ ਠੀਕ ਹੈ ਕਿਉਂਕਿ ਦੋਨੋਂ 90 ਦੇ ਐਂਗਲ ਤੇ ਬਣਦੇ ਨੇ ਇਸ ਲਈ ਆ ਦੋਨੇ ਦੇ ਜਿਹੜੇ ਲਾਈਨਸ ਨੇ ਜਾਂ ਆਪਾਂ ਕਹਾਂਗੇ ਟੈਂਜੈਂਟ ਇਹ ਪੈਰਲਲ ਨੇ ਸੋ ਓਨਲੀ two tangents are possible ਜਿਹੜੇ ਕਿ ਪੈਰਲਲ ਹੋਣਗੇ ठीक है लेकिन जेकर से टेंजेंट्स काफी ले लेने हैं इनमरेबल टेंजेंट्स ले लेने हैं तो जो सारे टेंजेंट्स ने वो अनगिनत होंगे फिर जे ਤੁਹਾਨੂੰ ਕੋਈ ਇਹ ਪੁੱਛਦਾ ਵੀ ਕਿੰਨੇ ਟੈਂजेंट्स ਪੋਸੀਬਲ ਨੇ ਫਿਰ ਤੁਸੀਂ ਕਹੋਗੇ ਇਨਫਾਈਨਾਈਟ ਕਲੀਅਰ सेकंड जो है द कॉमन पॉइंट ऑफ अ टेंजेंट टू अ सर्कल इज कॉल्ड डैश पॉइंट ऑफ कांटेक्ट वेरी गुड ਆਪਾਂ ਹੁਣੇ ਡਿਸਕਸ ਕੀਤਾ ਸੀ ਵੀ ਆ ਆਪਣਾ ਇੱਕ ਸਰਕਲ ਹੈ ठीक है आ सर्कल का एक रेडियस है ठीक है ਜਾਂ ਤੁਸੀਂ ਉਹਨੂੰ ਲੈ ਲਓ ਡਾਇਆਮੀਟਰ ਜਾਂ ਲੈ ਲਓ ਰੇਡੀਅਸ ਜੋ ਆ ਵਾਲਾ ਪੁਆਇੰਟ ਹੈ ਠੀਕ ਹੈ ਇਸ ਪੁਆਇੰਟ ਨੂੰ ਦੇਖੋ ਨਾ ਕਿਹਾ ਹੈ ਕਾਮਨ ਪੁਆਇੰਟ ਆਫ ਅ ਟੈਂਜੈਂਟ ਟੂ ਅ ਸਰਕਲ ਠੀਕ ਹੈ ਇੱਕ ਟੈਂਜੈਂਟ ਹੋ ਗਿਆ ਆ ਵਾਲਾ ਕਿਉਂਕਿ ਜੇ ਟੈਂਜੈਂਟ ਦੀ ਗੱਲ ਕਰ ਰਹੇ ਹਾਂ ਨਾ ਤਾਂ ਇਟ ਮੀਨਸ ਅਸੀਂ ਡਾਇਆਮੀਟਰ ਦੀ ਵੀ ਗੱਲ ਕਰ ਰਹੇ ਹਾਂ ਵੀ ਵਿਦਆਊਟ ਡਾਇਆਮੀਟਰ ਟੈਂਜੈਂਟ ਇਜ਼ ਨਾਟ ਪੋਸੀਬਲ ਵਾਈ ਬਿਕੋਜ਼ ਟੈਂਜੈਂਟ ਇਜ਼ ਪਰਪੈਂਡੀਕੂਲਰ ਟੂ ਦ ਡਾਇਆਮੀਟਰ ठीक है जो टेंजेंट है वो हमेशा डायमीटर ਦੇ ਨਾਲ ਕੀ ਹੁੰਦਾ ਹੈਗਾ परपेंडिकुलर 90 ਦਾ ਐਂਗਲ ਜੇ ਡਾਇਮੀਟਰ ਹੋਏਗਾ ਤਾਂ ਅਸੀਂ परपेंडिकुलर ਡਰਾ ਕਰਾਂਗੇ ਤੇ ਤਾਂ ਹੀ ਟੈਂਜੈਂਟ ਬਣੇਗਾ ਨਾ ਕਲੀਅਰ ਸੋ ਇਸ ਪੁਆਇੰਟ ਨੂੰ ਅਸੀਂ ਕੀ ਕਹਾਂਗੇ ਪੁਆਇੰਟ ਦਾ ਨਾਮ ਆਪਾਂ A ਰੱਖ ਲਈਏ ਤਾਂ ਇਟ ਇਜ਼ ਕਾਲਡ ਪੁਆਇੰਟ ਆਫ ਕੰਟੈਕਟ ਵੈਰੀ ਗੁੱਡ ਹਰਮਨ ਸ਼ਾਬਾਸ਼ ਹੁਣ ਆਪਣੇ ਕੋਲ ਇੱਕ ਕੁਐਸਚਨ ਹੈ ਬੇਟਾ सिंपल सा क्वेश्चन करने जा रहे हैं बेटा इन दिस क्वेश्चन PQ is diameter
whether it is this line is diameter, sorry, it is a tangent, Yes. okay, but we are taking only this much from P to Q. This is a tangent. You can erase this line because in this question it has no value. So this PQ is a tangent, okay, and OP is a radius. What OP is a Radius. radius, and radius is a 5 centimeter, and PQ is a tangent, length of tangent. We have to find, you can write it x or you can write it as well. We have to find it. And OQ, what it is? Could you tell me what is OQ? OQ is the distance of the point Q from the center of the circle. What it is OQ? Beta, it is the distance. It is the distance of the exterior point Q from the center O. Okay, and what it is given? It is 12 centimeter. Okay, we all know that the tangents are always perpendicular to the radius or diameter. So here P is 90 degree. Why? You should have to write here reason why it is perpendicular, because tangents are perpendicular to the radius. Okay, now ਹੁਣ ਅਸੀਂ ਪਾਈਥਾਗੋਰਸ ਨੂੰ ਯਾਦ ਕਰ ਲਈਏ ਥੋੜਾ ਜਿਹਾ। ਕਿਵੇਂ ਬੇਟਾ? ਪਾਈਥਾਗੋਰਸ ਕੀ ਕਹਿੰਦਾ ਹੈ, ਜੇਕਰ ਕਿਸੇ ਟ੍ਰਾਇੰਗਲ ਦੇ ਵਿੱਚ ਇੱਕ ਐਂਗਲ 90 ਹੋਵੇ, ਇੱਕ ਐਂਗਲ ਕੀ ਹੋਵੇ 90 ਹੋਵੇ, ਠੀਕ ਹੈ, ਤਾਂ ਉਸ ਨੂੰ ਉਸ ਦੇ ਉੱਪਰ ਅਸੀਂ ਇੱਕ ਪ੍ਰੋਪਰਟੀ ਲਗਾ ਸਕਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਪੁੱਤ ਕੀ ਹੁੰਦੀ ਆ ਉਹ? ਬੇਸ ਸਕੁਅਰ ਇਜ਼ ਇਕੁਅਲ ਟੂ, ਸੌਰੀ, ਬੇਸ ਸਕੁਅਰ ਪਲੱਸ height square or perpendicular square is equal to hypotenuse square. Clear? According to this property, ਸਾਡੇ ਕੋਲ ਜੋ ਬੇਸ ਆ ਪੁੱਤ ਉਹ ਕੀ ਹੈ? PQ square, and perpendicular is OP, so OP square is equal to hypotenuse is OQ, so OQ square. Okay, so what is PQ? We have to find. OP is 5 and OQ is 12. Okay, PQ square we have to find. 5 square 25, 12 square 144. Okay, and PQ is equal to 144. We are going to transpose 25 to the right hand side of the equal sign, so change the sign beta this way. Okay, so PQ is equal to 119. Okay, here is the square sign. Okay, and square goes to right hand side, change into root. Very good. Now what is PQ? PQ is the root 119 centimeter. 119 centimeter. So this is the answer. Clear? Okay ਵੀ ਥੈਂਕ ਯੂ। ਤੁਸੀਂ ਇਸ ਨੂੰ ਅੱਛੇ ਤਰੀਕੇ ਨਾਲ ਸਮਝਿਆ। ਜੋ ਵੀ ਆਪਾਂ ਅੱਜ ਸਿੱਖਿਆ ਇਸ ਨੂੰ ਤੁਸੀਂ ਇੱਕ ਵਾਰ ਘਰ ਜਾ ਕੇ ਰਿਵਾਈਜ਼ ਜ਼ਰੂਰ ਕਰਨਾ ਹੈ, ਤਾਂ ਜੋ ਤੁਸੀਂ ਇਸ ਦੇ ਨਾਲ ਬੇਸ ਜਿੰਨੇ ਵੀ ਕੁਐਸਚਨ ਹੈਗੇ ਉਹ ਸਾਰੇ ਰਿਵਾਈਜ਼ ਕਰਕੇ ਆਉਣੇ ਆ, ਤਾਂ ਜੋ ਤੁਹਾਡਾ ਇਹਦੇ ਉੱਪਰ ਜਿਹੜਾ ਪਕੜਾ ਉਹ ਆ ਜਾਵੇ। ਠੀਕ ਹੈ, ਥੈਂਕ ਯੂ। ਹਾਂਜੀ ਸਟੂਡੈਂਟਸ, ਇੱਕ ਪ੍ਰੋਪਰਟੀ ਹੈ ਬੇਟਾ ਟੈਂਜੈਂਟਸ ਦੇ ਉੱਪਰ ਆਪਾਂ ਕਰਨ ਜਾ ਰਹੇ ਹਾਂ। ਇੱਕ ਸਰਕਲ ਹੈ, ਠੀਕ ਹੈ, ਜੇਕਰ ਅਸੀਂ ਉਸ ਸਰਕਲ ਦੇ ਉੱਪਰ ਅਸੀਂ ਟੈਂਜੈਂਟਸ ਡਰਾ ਕਰਦੇ ਹਾਂ ਕੋਈ ਵੀ ਇੱਕ ਬਾਹਰੀ ਪੁਆਇੰਟ ਤੋਂ, ਮੰਨ ਲਓ ਆ ਇੱਕ ਸਰਕਲ ਹੈ, ਆ ਇੱਕ ਪੁਆਇੰਟ ਹੈ, ਇਟ ਇਜ਼ ਕਾਲਡ ਐਕਸਟੀਰੀਅਰ ਪੁਆਇੰਟ। It is called exterior point. Name of the point is A. If I draw two tangents from this circle, so from this point this way, and these are tangents, then they are always equal.
ਹਮੇਸ਼ਾ ਇਹ ਦੋਨੋਂ ਟੈਂਜੈਂਟਸ ਕੀ ਹੋਣਗੇ ਬਰਾਬਰ ਹੋਣਗੇ। ਆਪਾਂ ਇੱਕ ਪ੍ਰੋਪਰਟੀ ਨੂੰ ਥੋੜਾ ਜਿਹਾ ਡਿਸਕਸ ਕਰਨਾ ਹੈ, ਕਈ ਵਾਰ ਇਹ ਥਿਊਰਮ ਵੀ ਪੇਪਰ 'ਚ ਆ ਜਾਂਦੀ ਹੈ 1-2 ਮਾਰਕਸ ਦੇ ਵਿੱਚ। ਸੋ ਈਜ਼ੀ ਹੈ ਬੇਟਾ, ਇਹਦੇ ਵਿੱਚ ਕੁਝ ਵੀ ਨਹੀਂ ਹੈ, ਥਿਊਰਮ ਟਾਈਪ ਹੈ। ਪ੍ਰੋਪਰਟੀ ਤੁਹਾਡੇ ਤੇ ਲਿਖੀ ਹੋਈ ਹੈ the lengths of a tangents from drawn from a external point to a circle are always equal, ठीक है। सो ਇੱਥੇ ਜੋ ਟੈਂਜੈਂਟ ਦਾ ਨੇਮ ਆ ਹੋਏਗਾ ਪੁੱਤ ਪੀ ਕਿਊ, ਸੈਕੰਡ ਜੋ ਹੈ ਉਹ ਹੈ ਪੀ ਆਰ। ਇਹ ਦੋਨੇ ਜਿਹੜੇ ਹੈਗੇ ਟੈਂਜੈਂਟਸ ਹੈ। ਹੁਣ ਟੈਂਜੈਂਟ ਦੀ ਪੁਰਾਣੀ ਪ੍ਰੋਪਰਟੀ ਯਾਦ ਕਰਦੇ ਹਾਂ ਆਪਾਂ, ਟੈਂਜੈਂਟ always perpendicular to the radius। ਸੋ ਇਟ ਮੀਨਸ ਆਹ ਵਾਲਾ ਜੋ ਐਂਗਲ ਹੈ ਕੀ ਹੈਗਾ ਇਹ 90 ਹੈ। ਸਿਮਿਲਰਲੀ ਆ ਜੇ ਲਾਈਨ ਟੈਂਜੈਂਟ ਹੈ ਤੇ ਇਹ ਰੇਡੀਅਸ ਹੈ ਤੇ ਇਟ ਮੀਨਸ ਇਹ ਵੀ ਕੀ ਹੋਏਗਾ 90 ਹੋਗਾ। ਅਸੀਂ ਇਸ ਪ੍ਰੋਪਰਟੀ ਨੂੰ ਯੂਜ਼ ਕਰਕੇ ਅਸੀਂ ਪ੍ਰੂਵ ਕਰਾਂਗੇ ਇਸ ਗੱਲ ਨੂੰ ਵੀ ਜਿਹੜੇ ਟੈਂਜੈਂਟਸ ਨੇ ਉਹ ਕੀ ਹੁੰਦੇ ਨੇ, ਇਕੁਅਲ ਹੁੰਦੇ ਨੇ। ਓਕੇ, ਸੋ ਅਸੀਂ ਕਿਵੇਂ ਕਰਾਂਗੇ, ਅਸੀਂ ਕਿਹੜੀਆਂ ਟੂ ਟ੍ਰਾਇੰਗਲਸ ਲੈ ਰਹੇ ਹਾਂ ਬੇਟਾ। ਇੱਕ ਤਾਂ ਲੈ ਰਹੇ ਹਾਂ O Q P, ਇੱਕ ਲੈ ਰਹੇ ਹਾਂ O R P। ਅਸੀਂ ਟੂ ਟ੍ਰਾਇੰਗਲਸ ਲੈ ਰਹੇ ਹਾਂ। ਇਹਨਾਂ ਦੋਨੋਂ ਟ੍ਰਾਇੰਗਲਸ ਦੇ ਲਈ ਅਸੀਂ ਮੈਂ ਕੀ ਕੀਤਾ, ਆਹ ਵਾਲੀ ਲਾਈਨ ਇੱਕ ਕੰਸਟਰਕਟ ਕਰ ਲਈ, join ਕਰਤੀ। name of the line is OP, clear। so now triangle OQP, triangle ORP, consider triangles OQP and ORP। ਬੇਟਾ ਇਹਨਾਂ ਦੋਨੋਂ ਟ੍ਰਾਇੰਗਲਸ ਦੇ ਵਿੱਚ OQ equal to OR, why, any reason? ਆ ਦੋਨੋਂ ਲਾਈਨਸ ਇਕੁਅਲ ਕਿਉਂ ਹੈ ਬੇਟਾ? ਆਹ ਵਾਲਾ ਵਾਸੀ ਲਈ ਜਾਂਦਾ ਬੇਟਾ। ਹਾਂ ਬੇਟਾ ਦੱਸੋ, ਆ ਦੋਨੋਂ ਲਾਈਨਸ ਇਕੁਅਲ ਕਿਉਂ ਨੇ? OQ ਤੇ OR, why they are equal? next boy 90 डिग्री ਦੇ ਬੇਟਾ। ਲਾਈਨ 90 डिग्री ਦੀ ਕਿਵੇਂ ਹੋ ਗਈ ਗੱਲੀ? ਬੇਟਾ ਇੱਕ ਸਾਈਡ ਹੈ ਨਾ, ਹਾਂ ਫਿਰ 90 ਦੀ ਥੋੜਾ ਹੋਏਗੀ। ਮੈਂ ਐਂਗਲ ਨਹੀਂ ਪੁੱਛਿਆ why they are equal, ਮੈਂ ਪੁੱਛਿਆ ਸਾਈਡ। OQ and OR, why they are equal? सुनो, yes बेटा, yes boy, you want? थोड़ा जिहा नेड़े आ गए, yes आशु। सर इको सर्कल के रेडियस। This is the right answer बेटा। O सेंटर है ਤਾਂ OQ ਕੀ ਹੋ ਗਿਆ, ਰੇਡੀਅਸ। OR ਕੀ ਹੋ ਗਿਆ, ਰੇਡੀਅਸ। ਤੁਸੀਂ ਇੱਥੇ ਜਸਟ ਇੰਨਾ ਲਿਖ ਦਿਓ ਇਜ਼ ਇਕੁਅਲ ਟੂ R, R ਫॉर ਰੇਡੀਅਸ। ਦੋਨੋਂ ਦੇ ਦੋਨੋਂ ਇੱਕੋ ਸਰਕਲ ਦੇ ਰੇਡੀਅਸ ਹੈ, ਕਲੀਅਰ। ਸੋ that is why they are equal। now next I am saying that OP is equal to OP। ਦੇਖੋ ਜੇ ਮੈਂ ਇਸ ਟ੍ਰਾਇੰਗਲ ਦੀ ਗੱਲ ਕਰ ਰਿਹਾ ਹਾਂ ਤਾਂ ਇਸ ਦੇ ਵਿੱਚ ਆ ਲਾਈਨ ਆ OP, ਸਾਈਡ ਹੈ ਇੱਕ ਵਾਰ OP, ਠੀਕ ਹੈ। ਸਿਮਿਲਰਲੀ ਆਹ ਵਾਲੀ ਵੀ ਸਾਈਡ ਟ੍ਰਾਇੰਗਲ ਲਈਏ ਤਾਂ ਇਹਦੇ ਵਿੱਚ ਵੀ ਆਹ ਵਾਲੀ ਜਿਹੜੀ ਸਾਈਡ ਆ OP ਹੈ। ਦੋਨੋਂ ਟ੍ਰਾਇੰਗਲਸ ਦੇ ਵਿੱਚ OP ਕੀ ਆ, ਕਾਮਨ ਸਾਈਡ ਹੈ। ਸੋ ਮੈਂ ਇੱਥੇ ਲਿਖਦਾ ਹਾਂ ਕਾਮਨ ਸਾਈਡ। ਓਕੇ ਹੋਗਾ ਜੀ। ਥਰਡ, ਇਹਨਾਂ ਦੋਨੋਂ ਵਿੱਚ ਥਰਡ ਦੱਸੋ ਵੀ ਕੀ ਚੀਜ਼ ਪੋਸੀਬਲ ਹੈ, ਐਨੀ ਐਂਗਲ ਔਰ ਐਨੀ ਸਾਈਡ। ਹੋਰ ਕਿਹੜੀ ਚੀਜ਼ ਇਕੁਅਲ ਹੋ ਸਕਦੀ ਹੈ? थर्ड एंगल इक्वल होएगा, why? because in this triangle angle Q and in this triangle angle R, दोनों एंगल इक्वल है। दोस्तों भी क्यों इक्वल है? क्योंकि दोनों 90 डिग्री है। टेंजेंट्स हमेशा परपेंडिकुलर होंगे हैं, दोनों एंगल इक्वल हो गए। हुण किसी भी दो ट्रायंगल दे विच जेकर टू साइड एंड वन एंगल इक्वल होवे तो दोनों ट्रायंगल्स की हो जांदियां, कांग्रुएंट हो जांदियां। मे बी तुसीं कांग्रुएंट वाली प्रॉपर्टी याद कीती है या नहीं कीती बेटा? देखो ट्रायंगल OQP एंड ट्रायंगल ORP ये दोनों की ने कांग्रुएंट ने। वाई दो क्यों है कांग्रुएंट ने? ਅਸੀਂ ਰੀਜ਼ਨ ਦਵਾਂਗੇ। ਕਿਹੜੀ ਪ੍ਰੋਪਰਟੀ ਲਗਾਈ ਅਸੀਂ? ਟੂ ਸਾਈਡ ਐਂਡ ਵਨ ਐਂਗਲ, ਠੀਕ ਹੈ। ਅਸੀਂ ਉਹਨੂੰ ਕੀ ਕਹਾਂਗੇ? ਐਸ ਏ ਕਹਿ ਸਕਦੇ ਹੋ ਇਹਨੂੰ, ਤੁਸੀਂ ਐਵੇਂ ਲਿਖ ਸਕਦੇ ਹੋ, ਠੀਕ ਹੈ। ਜਾਂ ਤੁਸੀਂ ਇਸ ਨੂੰ SASB ਜਿਹੜਾ ਹੈਗਾ ਉਹ ਲਿਖ ਸਕਦੇ ਹੋ, ਠੀਕ ਹੈ। ਮੈਂ ਪਹਿਲਾਂ ਦੋਨੋਂ ਸਾਈਡ ਲਈਆਂ ਸੀ, ਦੈਟਸ ਵਾਈ ਮੈਂ SA ਹੀ ਲਿਖਿਆ ਸੀ ਪਹਿਲਾਂ, ਠੀਕ ਹੈ। ਸੋ SAS ਪ੍ਰੋਪਰਟੀ ਬੋਲਦੇ ਆ, ਇਹਨੂੰ ਅਸੀਂ ਯੂਜ਼ ਕਰ ਲਿਆ। ਹੁਣ ਜੇਕਰ ਕਿਸੇ ਟ੍ਰਾਇੰਗਲ ਦੇ ਵਿੱਚ ਦੋਨੋਂ ਕੋਈ ਦੋ ਟ੍ਰਾਇੰਗਲ ਜਿਹੜੀਆਂ ਹੈਗੀਆਂ ਉਹ ਕਾਂਗਰੂਐਂਟ ਹੋ ਜਾਣ ਤਾਂ ਇਟ ਮੀਨਸ ਉਹਨਾਂ ਦੀਆਂ ਜਿਹੜੀਆਂ ਕੋਰਸਪੋਂਡਿੰਗਲੀ ਸਾਈਡਸ ਹੁੰਦੀਆਂ ਨੇ ਉਹ ਇਕੁਅਲ ਹੁੰਦੀਆਂ ਨੇ, ਕੋਰਸਪੋਂਡਿੰਗਲੀ ਐਂਗਲ ਜਿਹੜੇ ਹੁੰਦੇ ਨੇ ਉਹ ਇਕੁਅਲ ਹੁੰਦੇ ਨੇ। ਅਸੀਂ ਆਲਰੇਡੀ ਲਿਖ ਚੁੱਕੇ ਹਾਂ ਵੀ ਆਹ ਵਾਲੀ ਸਾਈਡ ਇਹਦੇ ਇਕੁਅਲ ਹੈ ਤੇ ਆਹ ਕਾਮਨ ਸਾਈਡ ਹੈ। ਹੁਣ ਬਚੀ ਕਿਹੜੀ? ਆਹ ਵਾਲੀ ਸਾਈਡ। ਇਹਦਾ ਮਤਲਬ ਇਹ ਵੀ ਕੀ ਹੋਣਗੀਆਂ? ਇਕੁਅਲ ਹੋਣਗੀਆਂ। ਸੋ ਮੈਂ ਇੱਥੇ ਲਿਖਣ ਲੱਗਿਆ PQ is equal to PR, PQ is equal to
PR ਤਾਂ ਅਸੀਂ ਇੱਥੇ ਲਿਖਾਂਗੇ CPCT means corresponding parts of congruent triangles ਉਹ ਜੋ triangle ਅਸੀਂ congruent ਕੀਤੇ ਉਹਨਾਂ ਦੇ corresponding parts ਨੇ ਤੇ equal ਨੇ ਸੋ ਅਸੀਂ ਲਿਖ ਦਾਂਗੇ ਆ ਦੋਨੋਂ ਕੀ ਹੈ tangents ਨੇ ਠੀਕ ਹੈ ਦੋਨੋਂ ਕੀ ਨੇ tangents ਨੇ ਦੋਨੋਂ ਕੀ ਹੋ ਗਏ equal ਹੋ ਗਏ